सिर्फ किसानों ਦੀਆਂ ਵੋਟਾਂ ਨੂੰ ਤੇ ਹੋਰ ਪਿੰਡੂ ਵੋਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਸਤੇ ਇਹਨਾਂ ਨੇ ਜਿਹੜਾ ਗੱਠਜੋੜ ਤੋੜਿਆ ਵਾ, ਪਰ ਇਹਨਾਂ ਦਾ ਅੰਦਰੋਂ ਅੰਦਰ ਹੀ ਹਜੇ ਵੀ ਗੱਠਜੋੜ ਚੱਲ ਰਿਹਾ ਹੈ। ਤੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਸਿਆਸੀ ਸਮੀਕਰਨ ਹੁਣ ਅੱਗੇ ਕਿਵੇਂ ਕੋਈ ਬਦਲ ਸਕਦਾ ਹੈ? ਜਸਵੀਰ ਦੇਖੋ, ਗੁਰਬਾਣੀ ਦੇ ਵਿੱਚ ਆਪਾਂ ਇੱਕ ਟੋਕਾ ਜਿਹੜੀ ਉਹ ਪੜ੍ਹਦੇ ਆ ਵੀ ਸਹਿਬ ਹੱਥ ਵਡਿਆਈਆਂ ਜਿਸ ਭਾਵ ਪਰਮਾਤਮਾ ਨੇ ਜਿਹਨਾਂ ਉਮੀਦਵਾਰਾਂ ਤੇ ਕਲਗੀ ਲਾਉਣੀ ਆ, ਜਿਹਨੂੰ ਸਹਿਰਾ ਬੰਨ੍ਹਣਾ ਜਿੱਤਦਾ, ਉਹ ਲਗਭਗ ਬੰਨ ਦਿੱਤਾ ਹੈ। ਪੰਜਾਬ ਦੇ ਜਿਹੜੇ ਕਰੋੜਾਂ ਦੀ ਗਿਣਤੀ ਦੇ ਵਿੱਚ ਵੋਟਰ ਨੇ 71.5% ਫੀਸਦੀ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਸੁਣਾ ਦਿੱਤਾ ਹੈ। ਅਕਾਲੀ ਦਲ ਦਾ ਬੀਐਸਪੀ ਦੇ ਨਾਲ ਗੱਠਜੋੜ ਪਿੰਡੂ ਖੇਤਰ ਦੇ ਵਿੱਚ ਅਕਾਲੀ ਦਲ ਤੇ ਬੀਐਸਪੀ ਦੇ, ਜੇ ਆਪਾਂ ਕਹਿ ਸਕਦੇ ਹਾਂ, ਗੱਠਜੋੜ ਮਜ਼ਬੂਤ ਸਥਿਤੀ ਵਾਲੇ ਪਾਸੇ ਨੂੰ ਮੰਨਿਆ ਜਾ ਰਿਹਾ ਹੈ। ਹੁਣ ਜਿਹੜੇ ਕਿਸਾਨ ਸੀਗੇ ਉਹਨਾਂ ਦੀ ਜਿਹੜੀ ਭੂਮਿਕਾ ਉਹ ਵੀ ਇਹਨਾਂ ਚੋਣਾਂ ਦੇ ਵਿੱਚ ਅਹਿਮ ਹੈ। ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਹੀ ਅਕਾਲੀ ਦਲ ਦੇ ਹਿੱਸਾ ਰਹੇ ਨੇ। ਉਹਨਾਂ ਨੂੰ ਹੱਥ ਮਿਲਾਉਣ ਦੇ ਵਿੱਚ ਕੋਈ ਬਹੁਤੀ ਹਿਚਕਿਚਾਹਟ ਹੋਣੀ ਨਹੀਂ ਚਾਹੀਦੀ, ਨਾ ਹੀ ਹੋ ਸਕਦਾ ਉਹ ਗੱਲ ਕਰਨਗੇ ਜੇਕਰ ਕਹਿੰਦੇ ਨੇ ਉਹਨਾਂ ਨਾਲ ਮਿਲਾ ਦੇ। ਪਰ ਕਿਤੇ ਨਾ ਕਿਤੇ ਜੇ ਕੋਈ ਅਕਾਲੀ ਦਲ ਨਾਲੋਂ ਵੱਖ ਹੋ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਫਿਰ ਬਹੁਜਨ ਸਮਾਜ ਪਾਰਟੀ ਅਲੱਗ ਨਾ। ਤੇ ਜੇਕਰ ਦੇਖਿਆ ਜਾਵੇ ਹੁਣ ਤੁਸੀਂ 2024 ਦੀ ਗੱਲ ਕੀਤੀ ਕਿ ਬੀਜੇਪੀ ਦਾ ਫੋਕਸ 2024 ਦੇ ਉੱਤੇ ਹੈ, ਤਾਂ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਇੱਥੇ ਰਾਸ਼ਟਰਪਤੀ ਰਾਜ ਲਾ ਕੇ 2024 ਦੇ ਵਿੱਚ ਲੋਕ ਸਭਾ ਤੇ ਜਾਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾ ਸਕਦੇ ਹੈ? ਦੇਖੋ, ਰਾਸ਼ਟਰਪਤੀ ਰਾਜ ਜਿਹੜਾ ਲਾਉਣਾ ਹੈ, ਜੇਕਰ ਕਿਸੇ ਸਰਕਾਰ ਦੇ ਕੋਲ ਬਹੁਮਤ ਬਣਾਉਣ ਵਾਸਤੇ, ਕਿਸੇ ਪਾਰਟੀ ਕੋਲ ਸਰਕਾਰ ਬਣਾਉਣ ਵਾਸਤੇ ਬਹੁਮਤ ਨਾ ਹੋਵੇ, ਇਹ ਇੱਕ ਸੰਵਿਧਾਨਕ ਨਿਯਮ ਆ, ਇੱਕ ਪ੍ਰਕਿਰਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੇ ਆਧਾਰ ਬਣਨਾ ਸੀਗਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੱਦ ਵਧਣਾ ਚਾਹੀਦਾ ਸੀ, ਉਹ ਇਹਨਾਂ ਗੱਲਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਵਧਿਆ ਨਹੀਂ। ਇਹ ਗੱਲ ਮੇਰਾ ਮੰਨਣਾ ਹੈ। ਤੇ ਖਾਸ ਕਰਕੇ ਬਹੁਤ ਸਾਰੇ ਲੋਕਾਂ ਨਾਲ ਜਦੋਂ ਗੱਲ ਹੋਈ ਕਰੀ ਦੀ ਆ ਪਿੰਡਾਂ ਦੇ ਵਿੱਚ ਜਾ ਕੇ ਜਾਂ ਸ਼ਹਿਰਾਂ 'ਚ, ਇਹ ਗੱਲ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜਸਵੀਰ ਜੀ। ਸਰ, ਹੁਣ ਜਿਵੇਂ ਕਿ ਆਮ ਵੋਟਾਂ ਦੀ ਜਿਹੜੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਜਿਹੜੀ ਹੁਣ ਕਿਸਮਤ ਆ, ਸਿਆਸੀ ਕਿਸਮਤ ਆ ਉਮੀਦਵਾਰਾਂ ਦੀ, ਉਹ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੈ। ਤੇ ਵੋਟਾਂ ਤੋਂ ਬਾਅਦ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹ ਕੀ ਗੱਲ ਕਰ ਰਹੇ ਨੇ ਕਿ ਉਹ ਬੀਜੇਪੀ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਫਿਰ ਤੋਂ ਗੱਠਜੋੜ ਕਰ ਸਕਦੇ ਨੇ। ਤੇ ਜੇਕਰ ਆਪਾਂ ਚੋਣਾਂ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਕਾਫੀ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਸੀ ਵਿਰੋਧੀ ਪਾਰਟੀਆਂ ਵੱਲੋਂ ਕਿ ਇਹਨਾਂ ਵੱਲੋਂ ਸਿਰਫ ਇੱਕ ਤਰ੍ਹਾਂ ਦਾ ਮਤਲਬ ਕਿ ਅੰਦਰੋਂ ਹਜੇ ਵੀ ਇਹਨਾਂ ਦਾ ਬੀਜੇਪੀ ਦੇ ਨਾਲ ਗੱਠਜੋੜ ਹੈ, ਪਰ ਇਹ ਸਿਰਫ ਕਿਸਾਨਾਂ ਦੀਆਂ ਵੋਟਾਂ ਨੂੰ ਤੇ ਹੋਰ ਪਿੰਡੂ ਵੋਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਸਤੇ ਇਹਨਾਂ ਨੇ ਜਿਹੜਾ ਗੱਠਜੋੜ ਤੋੜਿਆ ਵਾ, ਪਰ ਇਹਨਾਂ ਦਾ ਅੰਦਰੋਂ ਅੰਦਰ ਹੀ ਹਜੇ ਵੀ ਗੱਠਜੋੜ ਚੱਲ ਰਿਹਾ ਹੈ। ਤੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਸਿਆਸੀ ਸਮੀਕਰਨ ਹੁਣ ਅੱਗੇ ਕਿਵੇਂ ਕੋਈ ਬਦਲ ਸਕਦੇ ਨੇ? ਜਸਵੀਰ ਦੇਖੋ, ਗੁਰਬਾਣੀ ਦੇ ਵਿੱਚ ਆਪਾਂ ਇੱਕ ਟੋਕਾ ਜਿਹੜੀ ਉਹ ਪੜ੍ਹਦੇ ਆ ਵੀ ਸਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਪਰਮਾਤਮਾ ਨੇ ਜਿਹਨਾਂ ਉਮੀਦਵਾਰਾਂ ਤੇ ਕਲਗੀ ਲਾਉਣੀ ਆ, ਜਿਹਨੂੰ ਸਹਿਰਾ ਬੰਨ੍ਹਣਾ ਜਿੱਤਦਾ, ਉਹ ਲਗਭਗ ਬੰਨ੍ਹ ਦਿੱਤਾ ਹੈ। ਪੰਜਾਬ ਦੇ ਜਿਹੜੇ ਕਰੋੜਾਂ ਦੀ ਗਿਣਤੀ ਦੇ ਵਿੱਚ ਵੋਟਰ ਨੇ 71.5% ਫੀਸਦੀ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਸੁਣਾ ਦਿੱਤਾ ਹੈ। ਹੁਣ 10 ਮਾਰਚ ਨੂੰ ਜਿਹੜੀ ਉਹ ਕਿਸਮਤ ਬੰਦ ਕੀਤੀ ਹੈ 1304 ਉਮੀਦਵਾਰਾਂ ਦੀ, ਉਹਦੇ ਵਿੱਚੋਂ 117 ਉਮੀਦਵਾਰ ਸਮਝੇ ਵੀ 1304 ਚੋਂ 117 ਉਮੀਦਵਾਰ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਚੁਣ ਦਿੱਤੇ ਨੇ, ਉਹਨਾਂ ਦੇ ਸਿਹਰਾ ਲਾ ਦਿੱਤਾ ਹੈ। ਹੁਣ ਸਿਰਫ ਉਹਦਾ ਐਲਾਨ ਹੋਣਾ 10 ਮਾਰਚ ਨੂੰ। ਜਦੋਂ 10 ਮਾਰਚ ਨੂੰ ਈਵੀਐਮ ਮਸ਼ੀਨਾਂ ਚੀ ਕਰਕੇ ਖੁੱਲ੍ਹਣਗੀਆਂ, ਚੀਕਾਂ ਮਾਰਨਗੀਆਂ, ਤਾਂ ਕਈ ਜਿਹੜੇ ਜਿੱਤਣਗੇ ਉਹ ਕਲਕਾਰੀਆਂ ਮਾਰਨਗੇ, ਚੀਕਾਂ ਮਾਰਨਗੇ। ਜੇ ਜਿਨ੍ਹਾਂ ਦੀ ਜਿੱਤ ਹਾਸਲ ਨਹੀਂ ਹੋਈ, ਜਿਨ੍ਹਾਂ ਦੇ ਭਾਗਾਂ ਵਿੱਚ ਜਿੱਤ ਨਹੀਂ ਤੀ ਨਸੀਬ, ਉਹ ਫਿਰ ਹੋਰ ਢੰਗ ਨਾਲ ਚੀਕਾਂ ਮਾਰਨਗੇ। ਇਸ ਕਰਕੇ
ਫੈਸਲਾ ਲਗਭਗ ਪੰਜਾਬ ਦੇ ਲੋਕਾਂ ਨੇ ਸੁਣਾ ਦਿੱਤਾ ਹੈ। ਉਹਦਾ ਜਿਹੜਾ ਰਿਜ਼ਲਟ ਆਉਣਾ ਹੈ ਉਹ ਬਾਕੀ ਹੈ। ਆਪਾਂ ਪਹਿਲਾਂ ਵੀ ਕਈ ਵਾਰੀ ਇਸ ਮਾਮਲੇ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਪੰਜਾਬ ਦੀਆਂ ਜਿਹੜੀਆਂ ਇਹ ਚੋਣਾਂ ਹੋਈਆਂ ਬਹੁਤ ਢੰਗ ਨਾਲ ਨਿਵੇਕਲੀਆਂ ਚੋਣਾਂ। ਪੰਜਾਬ ਦੇ ਚੋਣ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਜਿਹੜਾ 5 ਕੋਣਾ ਮੁਕਾਬਲਾ ਜਾਂ 5 ਧਿਰਾਂ ਜਿਹੜੀਆਂ, ਭਾਵੇਂ ਕਿ ਕਈ ਧਿਰਾਂ ਮੈਦਾਨ ਦੇ ਵਿੱਚ ਨਿਤਰੀਆਂ ਸਿਆਸੀ ਪਾਰਟੀਆਂ, 5 ਪ੍ਰਮੁੱਖ ਸਿਆਸੀ ਪਾਰਟੀਆਂ ਜਿਹੜੀਆਂ ਉਹ ਇਸ ਮੈਦਾਨ ਦੇ ਵਿੱਚ ਨਿਤਰੀਆਂ ਹੋਈਆਂ, ਜਿਸ ਕਰਕੇ ਜਿਹੜੇ ਪੰਜਾਬ ਦੇ ਸਮੀਕਰਨ ਆ ਉਹ ਬਹੁਤ ਬਦਲ ਚੁੱਕੇ ਨੇ। ਤੇ ਤੀਜੀ ਗੱਲ ਇਹ ਆ ਕਿ ਜਿਹੜਾ ਪੰਜਾਬ ਦੇ ਵਿੱਚ ਹੁਣ ਤੱਕ ਕੀ ਹੁੰਦਾ ਰਿਹਾ ਕਿ ਜਿਹੜਾ ਸ਼ਹਿਰੀ ਵਰਗ ਆ, ਅਰਬਨ ਏਰੀਆ ਹੈ, ਉਹ ਵੋਟਰ ਆ ਜਿਹੜੇ ਕਿਸੇ ਵੀ ਪਾਰਟੀ ਦਾ ਭਵਿੱਖ ਤੈਅ ਕਰਦੇ ਨੇ। ਜਿੱਤ ਹਾਰ ਦਾ ਫੈਸਲਾ ਜਿਹੜਾ ਉਹ ਸ਼ਹਿਰੀ ਵੋਟਰਾਂ ਦੇ ਹੱਥ 'ਚ ਹੁੰਦਾ ਹੈ। ਪਰ ਇਸ ਵਾਰੀ ਉਲਟਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੇਂਡੂ ਹਲਕੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੋਟ ਪਰਸੈਂਟੇਜ ਹੋਈ ਹੈ। ਸ਼ਹਿਰਾਂ ਦੇ ਵਿੱਚ ਜਿਹੜਾ ਵੋਟ ਪਰਸੈਂਟੇਜ ਆ ਉਹ ਡਾਊਨ ਗਿਆ, ਜਿਸ ਕਰਕੇ ਇਹ ਲੱਗ ਰਿਹਾ ਹੈ ਕਿ ਜਿਹੜਾ ਸ਼ਹਿਰੀ ਖੇਤਰ ਦੇ ਵੋਟਰ ਨੇ ਉਹ ਜਿਹੜੀ ਜਿੱਤ ਹਾਰ ਦੀ ਚਾਬੀ ਆ, ਜਿਹੜਾ ਪਾਸਕ ਆ, ਇਸ ਵਾਰੀ ਜਿਹੜਾ ਪੇਂਡੂ ਲੋਕਾਂ ਦੇ ਹੱਥ ਦੇ ਵਿੱਚ ਆ। ਉਹਨਾਂ ਦਾ ਫੈਸਲਾ ਜਿਹੜਾ ਉਹ ਨਿਰਣਾਇਕ ਹੋਵੇਗਾ। ਫਿਰ ਜਿਹੜੀ ਗੱਲ ਤੁਹਾਡੀ ਅਗਲੀ ਗੱਲ ਇਹ ਰਹੀ ਆ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਕਿਹਾ ਹੈ ਕਿ ਅਸੀਂ ਜਿਹੜਾ ਬੀਜੇਪੀ ਦੇ ਨਾਲ ਜਾ ਸਕਦੇ ਆ ਜਾਂ ਗੱਠਜੋੜ ਹੋ ਸਕਦਾ ਹੈ, ਪੋਸਟ ਅਲਾਇੰਸ ਦੀ ਤੁਸੀਂ ਗੱਲ ਕੀਤੀ ਹੈ। ਦੇਖੋ, ਰਾਜਨੀਤੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਕਿ ਸਿਆਸਤ ਵਿੱਚ ਕੋਈ ਪੱਕਾ ਮਿੱਤਰ ਨਹੀਂ, ਕੋਈ ਸਥਾਈ ਦੁਸ਼ਮਣ ਨਹੀਂ। ਜੇ ਰਾਜਨੀਤੀ ਦੇ ਵਿੱਚ ਤੁਹਾਡਾ ਪੱਕਾ ਮਿੱਤਰ ਆ ਉਹ ਹੈਗੀ ਆ ਕੁਰਸੀ। ਕੁਰਸੀ ਵਾਸਤੇ ਕੋਈ ਵੀ ਸਿਆਸੀ ਆਗੂ ਕਦੇ ਵੀ ਜੱਫੀਆਂ ਪਾ ਸਕਦੇ ਨੇ, ਕਦੇ ਵੀ ਦੋਸਤੀ ਦੇ ਹੱਥ ਮਿਲਾ ਸਕਦੇ ਨੇ, ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਸਰਕਾਰਾਂ ਬਣਾਉਣ ਵਾਸਤੇ, ਜਿਹੜੇ ਸੱਤਾ 'ਤੇ ਕਾਬਜ਼ ਹੋਣ ਵਾਸਤੇ ਸਿਆਸੀ ਪਾਰਟੀਆਂ ਨੇ ਪਿਛਲੇ ਸਮਿਆਂ ਦੌਰਾਨ ਕੀ ਕੀਤਾ ਹੈ ਆਪਾਂ ਨੂੰ ਸਭ ਪਤਾ ਹੈ। ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ, ਆਪਾਂ ਦੇਖਿਆ ਕਿ ਕਿਵੇਂ ਲੋਕ ਸਭਾ ਦੇ ਵਿੱਚ ਸਰਕਾਰ ਬਚਾਉਣ ਵਾਸਤੇ ਮੈਂਬਰ ਪਾਰਲੀਮੈਂਟ ਖਰੀਦੇ ਗਏ ਸੀ, ਕਿਵੇਂ ਗੋਆ ਦੇ ਵਿੱਚ, ਯੂਪੀ ਦੇ ਵਿੱਚ ਜਾਂ ਕਿਸੇ ਜਿਹੜੇ ਹੋਰ ਕਰਨਾਟਕਾ ਦੇ ਵਿੱਚ, ਕਿਵੇਂ ਮਹਾਰਾਸ਼ਟਰ ਦੇ ਵਿੱਚ ਸਰਕਾਰਾਂ ਬਣਾਉਣ ਵਾਸਤੇ ਕੀ ਪਿੱਛੇ ਚੋਣ ਇਤਿਹਾਸ 'ਚ ਹੋਇਆ। ਜਿਹੜੇ ਗਵਰਨਰ ਨੇ ਉਹਨਾਂ ਨੇ ਕਹੀ ਜੀ ਭੂਮਿਕਾ ਨਿਭਾਈ ਆ। ਇਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ। ਸਰਕਾਰਾਂ ਬਣਾਉਣ ਵਾਸਤੇ ਪੋਲੀਟੀਕਲ ਪਾਰਟੀਆਂ ਹਰ ਦਾ ਖੇਡਦੀਆਂ, ਹਰ ਪੱਤਾ ਖੇਡਦੀਆਂ। ਇਸ ਕਰਕੇ ਜੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਪੋਸਟ ਅਲਾਇੰਸ ਕਰ ਸਕਦੇ ਆ, ਤਾਂ ਮੈਨੂੰ ਲੱਗਦਾ ਇਹਦੇ ਵਿੱਚ ਉਹਨਾਂ ਨੇ ਕੋਈ ਅਤਕਥਨੀ ਗੱਲ ਨਹੀਂ, ਕੋਈ ਸਮਝੌਤਾ ਹੋ ਸਕਦਾ ਹੈ ਬਾਅਦ 'ਚੋਂ। ਪਰ ਇਹ ਸਮਝੌਤਾ ਹੋਣ ਤੋਂ ਬਾਅਦ ਜਾਂ ਸਰਕਾਰ ਬਣਨ ਵਾਸਤੇ ਜਿਹੜਾ ਪੋਸਟ ਅਲਾਇੰਸ ਦੀ ਉਹਨਾਂ ਨੇ ਗੱਲ ਕੀਤੀ ਹੈ, ਉਹਦੇ ਨਾਲ ਕਿਆ ਪੰਜਾਬ ਦੇ ਸਿਆਸੀ ਸਮੀਕਰਨ ਬਦਲਣਗੇ ਜਾਂ ਦੇਸ਼ ਦੀ ਰਾਜਨੀਤੀ 'ਤੇ ਕੀ ਅਸਰ ਪਵੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਹੁਣ ਜੋ ਹਾਲਾਤ ਪੰਜਾਬ ਦੇ ਸਿਆਸੀ ਸਮੀਕਰਨ ਬਣ ਗਏ ਨੇ, ਜਿਵੇਂ ਆਪਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਵਧੀ ਆ, ਪੇਂਡੂ ਹਲਕਿਆਂ ਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਵਧੀ ਹੋਈ ਆ, ਉਸ ਕਰਕੇ ਜਿਹੜੇ ਸਿਆਸੀ ਪੰਡਤ ਨੇ, ਜਿਹੜੇ ਸਿਆਸੀ ਮਾਹਰ ਨੇ, ਉਹਨਾਂ ਦਾ ਜਿਹੜਾ ਸਾਰਾ ਗਣਿਤ ਵਿਗੜ ਗਿਆ। ਉਹਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਹੁਣ ਹੋਇਆ ਕਿਆ ਹੈ। ਇੱਕ ਤਾਂ ਇਹ ਗੱਲ ਹੋ ਗਈ। ਦੂਜੀ ਗੱਲ ਇਹ ਹੋ ਗਈ ਕਿ ਪਹਿਲਾਂ ਜਿਹੜੀ ਬੀਜੇਪੀ ਆ ਉਹ 23 ਸੀਟਾਂ 'ਤੇ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਹੁੰਦਾ ਸੀ, ਉਹ ਉਦੋਂ ਚੋਣ ਲੜਦੇ ਸੀਗੇ। ਹੁਣ ਬੀਜੇਪੀ ਆਪਣੇ ਤੌਰ 'ਤੇ ਚੋਣ ਮੈਦਾਨ ਦੇ ਵਿੱਚ ਕੁੱਦੀ ਹੋਈ ਹੈ, ਠੀਕ ਹੈ। ਉਹ ਤੋਂ ਇਲਾਵਾ ਅਕਾਲੀ ਦਲ ਦਾ ਬੀਐਸਪੀ ਦੇ ਨਾਲ ਗੱਠਜੋੜ ਹੋ ਗਿਆ। ਪੇਂਡੂ ਖੇਤਰ ਦੇ ਵਿੱਚ ਅਕਾਲੀ ਦਲ ਅਤੇ ਬੀਐਸਪੀ ਦਾ ਜੇ ਆਪਾਂ ਕਹਿ ਸਕਦੇ ਹਾਂ ਗੱਠਜੋੜ ਮਜ਼ਬੂਤ ਸਥਿਤੀ ਵਾਲੀ ਪਾਸੇ ਨੂੰ ਮੰਨਿਆ ਜਾ ਰਿਹਾ। ਹੁਣ ਜਿਹੜੇ ਕਿਸਾਨ ਸੀਗੇ ਉਹਨਾਂ ਦੀ ਜਿਹੜੀ ਭੂਮਿਕਾ ਉਹ ਵੀ ਇਹਨਾਂ ਚੋਣਾਂ ਦੇ ਵਿੱਚ ਅਹਿਮ ਹੋਊਗੀ। ਕਿਸਾਨੀ ਧਿਰਾਂ ਜਾਂ ਕਿਸਾਨ ਕਿਸ ਪਾਰਟੀ ਨੂੰ, ਕਿਸ ਉਮੀਦਵਾਰ ਨੂੰ ਡੈਂਟ ਪਾਉਂਦੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ। ਇਸ ਕਰਕੇ ਇਹਨਾਂ ਮੁੱਦਿਆਂ ਨੇ, ਇਹਨਾਂ ਗੱਲਾਂ ਨੇ ਜਿਹੜੇ ਸਿਆਸੀ ਪੰਡਤਾਂ ਦੇ ਜਿਹੜੇ ਲੇਖੇ ਜੋਖੇ ਲਾਉਣੇ ਆ,
ਜਿਹੜੇ ਉਹਨਾਂ ਦੇ ਸਮੀਕਰਨ ਤੇ ਉਹ ਵਿਗਾੜ ਕੇ ਰੱਖ ਦਿੱਤੇ ਆ। ਇਸ ਕਰਕੇ ਸਭ ਨੂੰ ਕਿਸੇ ਨੂੰ ਸਮਝ ਨਹੀਂ ਲੱਗ ਰਿਹਾ। ਹੁਣ ਇਹ ਚਰਚਾਵਾਂ ਚੱਲ ਰਹੀਆਂ ਜਿਹੜੀਆਂ ਤੁਸੀਂ ਜਿਸ ਗੱਲ ਦਾ ਆਪਾਂ ਇੱਥੇ ਜ਼ਿਕਰ ਕਰ ਰਹੇ ਹਾਂ ਜਾਂ ਗੱਲ ਕਹਿ ਰਹੇ ਹਾਂ ਕਿ ਪੋਸਟ ਅਲੈਸ ਹੋ ਸਕਦਾ ਹੈ, ਉਹਦੇ ਵਿੱਚ ਦੇਖੋ ਗੱਲ ਇਹ ਆ, ਜੇਕਰ ਕਿਸੇ ਪਾਰਟੀ ਨੂੰ ਬਹੁਤ ਸਪਸ਼ਟ ਬਹੁਮਤ ਨਹੀਂ ਮਿਲਦਾ, 117 ਸੀਟਾਂ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੀ ਜਿਹੜੀ ਨਵੀਂ ਸਰਕਾਰ ਚੁਣੀ ਜਾਣੀ ਆ, ਜਿਸ ਪਾਰਟੀ ਦੇ ਕੋਲ 59 ਸੀਟਸ ਹੋਣਗੀਆਂ, ਜਿਹੜੀ ਪਾਰਟੀ 59 ਸੀਟਸ ਤੇ ਵਿਨਜ ਹੋਏਗੀ, ਜਿਹੜੀ 59 ਸੀਟਾਂ ਜਿੱਤੀਆਂ ਹੋਣਗੀਆਂ, ਉਹ ਸਰਕਾਰ ਬਣਾਉਣ ਦੇ ਯੋਗ ਹੋਵੇਗੀ। ਇਸ ਕਰਕੇ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਹੋਇਆ, ਸਾਰੀਆਂ ਪਾਰਟੀਆਂ ਦਾਅਵਾ ਕਰ ਰਹੀਆਂ ਕਿ ਅਸੀਂ ਸਰਕਾਰ ਬਣਾਉਣ ਦੇ ਕਾਬਲ ਆ ਜਾਂ ਸਰਕਾਰ ਬਣਾਉਣ ਅਸੀਂ ਜਾ ਰਹੇ ਹਾਂ। ਪਰ ਇਹ ਫੈਸਲਾ ਪੰਜਾਬ ਦੇ ਲੋਕਾਂ ਨੇ 20 ਫਰਵਰੀ ਨੂੰ ਦੇ ਦਿੱਤਾ ਹੈ, ਫੈਸਲਾ ਫਤਵਾ ਸੁਣਾ ਦਿੱਤਾ ਹੈ। ਇਹਦੀ ਜਿਹੜਾ ਰਿਜ਼ਲਟ ਆ ਉਹ 10 ਮਾਰਚ ਨੂੰ ਆਉਣੇ ਨੇ। ਇੱਕ ਗੱਲ ਸਹੀ ਆ ਕਿ ਜਿਹੜਾ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਆ ਪਿਛਲੇ 2.5 ਦਹਾਕਿਆਂ ਤੋਂ ਚੱਲਿਆ ਆ ਰਿਹਾ। ਹੁਣ ਚੋਣਾਂ ਤੋਂ ਬਾਅਦ ਇਹਨਾਂ ਧਿਰਾਂ ਦਾ ਗੱਠਜੋੜ ਕਰਨ ਦੇ ਵਿੱਚ ਕੋਈ ਬਹੁਤੀ ਪ੍ਰੋਬਲਮ ਨਹੀਂ ਹੈਗੀ ਜੇ ਸਰਕਾਰ ਬਚਾਉਣੀ ਹੋਊਗੀ। ਦੇਖੋ, ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਦੇ ਕੋਲ ਸੀਟਾਂ ਜਿਹੜੀਆਂ ਘਟਦੀਆਂ ਵੱਧਦੀਆਂ ਰਹਿੰਦੀਆਂ, ਮੰਨ ਲਓ ਜੇ ਕੋਈ ਇੱਕ ਧਿਰ ਜਿਹੜੀ ਉਹ ਵੱਧ ਸੀਟਾਂ ਲੈ ਕੇ ਜਾਂਦੀ ਆ ਜਾਂ ਬਹੁਮਤ ਦੇ ਨੇੜੇ ਨਹੀਂ ਜਾਂਦੀ, ਤਾਂ ਸਭ ਤੋਂ ਪਹਿਲਾਂ ਜਿਹੜੇ ਗਵਰਨਰ ਨੇ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਪਾਰਟੀ ਹੋਊਗੀ ਉਹਨਾਂ ਨੂੰ ਮੌਕਾ ਦੇਣਾ ਸਰਕਾਰ ਬਣਾਉਣ ਵਾਸਤੇ। ਉਹਨਾਂ ਨੂੰ ਆਪਣਾ ਜਿਹੜਾ ਬਹੁਮਤ ਆ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨਾ ਪਵੇਗਾ, ਬਹੁਮਤ ਉੱਥੇ ਦਿਖਾਉਣਾ ਪਵੇਗਾ। ਜੇਕਰ ਉਹ ਪਾਰਟੀ ਨਹੀਂ ਕਰ ਸਕਦੀ, ਬਹੁਮਤ ਨਹੀਂ ਦਿਖਾ ਸਕਦੀ, ਤਾਂ ਫਿਰ ਜਿਹੜੀ ਸੈਕੰਡ ਨੰਬਰ 'ਤੇ ਪਾਰਟੀ ਆ ਗਵਰਨਰ, ਉਹਨਾਂ ਨੂੰ ਮੌਕਾ ਦੇਵੇਗਾ। ਹੁਣ ਇਹ ਕੇਂਦਰ ਦੀ ਜਿਹੜੀ ਸਰਕਾਰ ਆ, ਬੀਜੇਪੀ ਸਰਕਾਰ ਆ, ਬੀਜੇਪੀ ਪਾਰਟੀ ਆ, ਉਹਨੇ ਫੈਸਲਾ ਲੈਣਾ ਹੈ ਕਿ ਉਹ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਹੈ ਜਾਂ ਸਰਕਾਰ ਬਣਾਉਣਾ ਚਾਹੁੰਦੀ ਹੈ। ਜੇਕਰ ਕਿਸੇ ਧਿਰ ਕੋਲ ਬਹੁਮਤ ਨਹੀਂ ਹੁੰਦਾ, ਜੇ ਹੰਗ ਵਾਲੀ ਸਥਿਤੀ ਬਣਦੀ ਆ, ਹਾਲਾਂਕਿ ਕਈ ਜਿਹੜੇ ਸਿਆਸੀ ਮਾਹਰ ਇਹ ਮੰਨ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਮਰਜ਼ੀ ਪਾਰਟੀ ਦੀ ਸਰਕਾਰ ਬਣੇ, ਇੱਕ ਪਾਸੜ ਲੋਕਾਂ ਨੇ ਫੈਸਲਾ ਦਿੱਤਾ ਸਰਕਾਰ ਇੱਕ ਪਾਰਟੀ ਦੀ ਬਣਨੀ ਹੈ। ਮੰਨ ਲਓ ਜੇ ਹੰਗ ਵਾਲੀ ਸਥਿਤੀ ਬਣ ਜਾਂਦੀ ਆ ਤਾਂ ਉਹਦੇ ਵਿੱਚ ਬੀਜੇਪੀ ਦੀ ਕਿਆ ਭੂਮਿਕਾ ਰਹੇਗੀ। ਜਿਹੜੀ ਪਾਸਕੂ ਆ ਉਹ ਬੀਜੇਪੀ ਦੇ ਕੋਲ ਰਹੇਗਾ। ਜੇ ਬੀਜੇਪੀ ਨਾਲ ਅਕਾਲੀ ਦਲ ਗੱਠਜੋੜ ਕਰਦਾ ਤਾਂ ਮੈਨੂੰ ਲੱਗਦਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਆ ਜਾਂ ਅਕਾਲੀ ਦਲ ਸੰਯੁਕਤ ਦੇ ਆਗੂ ਆ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਇਹਨਾਂ ਦੀ ਕਿਆ ਭੂਮਿਕਾ ਹੋਵੇਗੀ। ਤਾਂ ਫਿਰ ਇਹਨਾਂ ਦੀ ਭੂਮਿਕਾ ਇਹ ਹੋਵੇਗੀ ਵੀ ਇਹ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਕੇਂਦਰ ਦੇ ਸਰਕਾਰ ਦੇ ਨਾਲ ਮਿਲੇ ਬਿਨਾਂ ਸਰਕਾਰ ਨਹੀਂ ਚੱਲਦੀ, ਕੇਂਦਰ ਦੇ ਸੂਬਿਆਂ ਦੇ ਸੰਬੰਧ ਆ ਜਿਹੜੇ ਅੱਛੇ ਹੋਣੇ ਚਾਹੀਦੇ ਆ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਕੇ ਬਤੌਰ ਮੁੱਖ ਮੰਤਰੀ ਉਹ ਦਿੱਲੀ ਦੇ ਵਿੱਚ ਲੀਡਰਸ਼ਿਪ ਨੂੰ ਮਿਲਦਾ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਹੀ ਅਕਾਲੀ ਦਲ ਦੇ ਹਿੱਸਾ ਰਹੇ ਨੇ, ਉਹਨਾਂ ਨੂੰ ਹੱਥ ਮਿਲਾਉਣ ਦੇ ਵਿੱਚ ਕੋਈ ਬਹੁਤੀ ਹਿਚਕਚਾਹਟ ਹੋਣੀ ਨਹੀਂ ਚਾਹੀਦੀ, ਨਾ ਹੀ ਹੋ ਸਕਦਾ ਉਹ ਗੱਲ ਕਰਨਗੇ ਜੇਕਰ ਕੇਂਦਰ ਨੇ ਉਹਨਾਂ ਨਾਲ ਦੋਸਤੀ ਮਿਲਾ ਦਿੱਤੀ। ਪਰ ਕਿਤੇ ਨਾ ਕਿਤੇ ਜੇ ਕੋਈ ਅਕਾਲੀ ਦਲ ਨਾਲੋਂ ਵੱਖ ਹੋ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਫਿਰ ਬਹੁਜਨ ਸਮਾਜ ਪਾਰਟੀ ਕਿਤੇ ਅਲੱਗ ਨਾ ਹੋ ਜਾਵੇ। ਹੁਣ ਬੀਜੇਪੀ ਦੇ ਹੱਥ ਦੇ ਵਿੱਚ ਰਹੇਗਾ ਕਿ ਉਹ ਗੱਠਜੋੜ ਕਰਕੇ ਪੰਜਾਬ ਦੀ ਸਰਕਾਰ ਨੂੰ ਬਚਾਉਣਾ ਚਾਹੁੰਦੀ ਹੈ ਕਿ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਆ। ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੀ ਬੀਜੇਪੀ ਦੀ ਅੱਖ ਆ ਉਹ 2024 ਦੀਆਂ ਚੋਣਾਂ 'ਤੇ ਆ, ਨਾ ਕਿ 2022 ਦੇ ਵਿੱਚ। 2022 ਦੇ ਵਿੱਚ ਵੀ ਭਾਵੇਂ ਕਿ ਉਹਨਾਂ ਨੇ ਜਿਹੜੀਆਂ 67 ਸੀਟਾਂ 'ਤੇ ਚੋਣ ਲੜੀ ਆ ਪਹਿਲੀ ਵਾਰੀ ਆਪਣੇ ਦਮ 'ਤੇ, ਪਰ ਬੀਜੇਪੀ ਨੇ ਜਿਹੜਾ ਕੰਸੀਡਰੇਸ ਕੀਤੀ ਆ ਜਾਂ ਜਿਹੜਾ ਬੀਜੇਪੀ ਨੇ ਫੋਕਸ ਕੀਤੀ ਆ ਉਹ 35 ਜਿਹੜੀਆਂ ਸੀਟਾਂ ਉਹਦੇ ਪਰ ਪੂਰੀ ਤਰ੍ਹਾਂ ਫੋਕਸ ਹੋ ਕੇ ਚੋਣ ਲੜੀ ਆ। ਹਰ ਤਰ੍ਹਾਂ ਦਾ ਦਾਅ ਜਿਹੜੀ ਆ ਉਹ ਸੀਟਾਂ ਪਰ ਖੇਡਿਆ, ਭਾਵੇਂ ਕਿ ਬਾਕੀ ਸੀਟਾਂ ਪਰ ਵੀ ਉਹਨਾਂ ਨੇ ਚੋਣ ਲੜੀ ਆ, ਪਰ 35 ਸੀਟਾਂ 'ਤੇ ਬੀਜੇਪੀ ਕੇਂਦਰਿਤ ਰਹੀ ਆ। ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਅਸੀਂ ਜਿਹੜੀ ਲੜਾਈ ਲੜਨੀ ਆ ਇਹਨਾਂ ਸੀਟਾਂ 'ਤੇ ਹੀ ਲੜਨੀ ਆ। ਹਾਲਾਤ ਮੈਨੂੰ ਲੱਗਦਾ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਦਿਖ ਰਹੇ ਸੀਗੇ। ਬੀਜੇਪੀ ਦਾ ਜਿਹੜਾ ਨਿਸ਼ਾਨਾ ਹੈ ਉਹ 2024 ਆ ਕਿ 2024 ਦੇ ਵਿੱਚ ਉਹਨਾਂ ਨੇ ਕੀ ਦੇਖਣਾ। ਹੁਣ ਜੇ ਬੀਜੇਪੀ ਜਿਹੜਾ ਫੈਸਲਾ ਲਵੇਗੀ ਉਹ 2024 ਦੇ ਸਮੀਕਰਨ ਨੂੰ ਧਿਆਨ ਵਿੱਚ ਰੱਖ ਕੇ ਲਵੇਗੀ
ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਬੀਜੇਪੀ ਆ ਉਹ ਬਹੁਤ ਜਲਦੀ ਅਜਿਹਾ ਫੈਸਲਾ ਲਵੇਗੀ ਜਿਹਦੇ ਨਾਲ ਉਹਦਾ ਨੁਕਸਾਨ ਹੋਵੇ। ਜੇਕਰ ਬੀਜੇਪੀ ਅਕਾਲੀ ਦਲ ਦੇ ਨਾਲ ਸਿੱਧਾ ਅਲਾਇੰਸ ਕਰੇਗੀ, ਉਹਨਾਂ ਦੇ ਨਾਲ ਸਿੱਧੇ ਭਾਈਵਾਲੀ ਤੌਰ 'ਤੇ ਕਰੇਗੀ, ਤਾਂ ਮੈਨੂੰ ਲੱਗਦਾ ਫਿਰ 2024 ਦੇ ਵਿੱਚ ਜਿਹੜੇ ਬੀਜੇਪੀ ਨੇ ਹੁਣ ਉਹ ਆਗੂਆਂ ਨੂੰ ਸ਼ਾਮਲ ਕੀਤਾ, ਉਹ ਫਿਰ ਆਗੂ ਟੁੱਟ ਕੇ ਬਾਹਰ ਵੀ ਜਾ ਸਕਦੇ ਆ, ਜਾਂ ਉਹ ਲੋਕ ਫਿਰ ਵਾਪਸ ਮੁੜ ਸਕਦੇ ਆ ਜਿਹੜੇ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਣਾ ਕਰਕੇ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਕਰਕੇ ਜਾਂ ਅਕਾਲੀ ਦਲ ਦੇ ਕੁਝ ਕਾਰਜਾਂ ਨੂੰ ਲੈ ਕੇ ਰੋਸੇ ਵਿੱਚ ਕਰਕੇ ਜਿਹੜੇ ਪਾਰਟੀ ਛੱਡ ਕੇ ਗਏ, ਜਾਂ ਜਿਨ੍ਹਾਂ ਨੇ ਬਗਾਵਤ ਕੀਤੀ, ਜਾਂ ਜਿਹੜੇ ਨਾਰਾਜ਼ ਹੋਏ ਸਨ, ਕਿ ਉਹ ਫਿਰ ਜੇ ਵਾਪਸ ਮੁੜ ਗਏ ਤਾਂ ਫਿਰ ਬੀਜੇਪੀ ਨੂੰ ਵੀ ਇਹ ਅਲਾਇੰਸ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਜੇ ਇੱਦਾਂ ਹੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਜਿਹੜੀ ਬੀਐਸਪੀ ਵਾਪਸ ਚਲੇ ਗਈ ਤਾਂ ਫਿਰ ਅਕਾਲੀ ਦਲ ਦਾ ਫਿਰ ਹੋਰ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਹੈ। ਹੁਣ ਤੁਸੀਂ ਦੇਖੋ ਪਿਛਲੇ ਜਿਹੜਾ ਚੋਣਾਂ ਹੋਈਆਂ ਆਪਣੀਆਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ, ਉਹਦੇ ਵਿੱਚ ਅਕਾਲੀ ਦਲ ਦਾ ਜਿਹੜਾ ਵੱਡਾ ਸਿਆਸੀ ਤੌਰ 'ਤੇ ਨੁਕਸਾਨ ਹੋਇਆ। ਅਕਾਲੀ ਦਲ ਕਦੇ ਨਹੀਂ ਚਾਹੇਗਾ ਕਿ ਉਹਨਾਂ ਦਾ ਜਿਹੜਾ ਵੱਡਾ ਨੁਕਸਾਨ ਹੋਵੇ, ਇਸ ਕਰਕੇ ਉਹ ਬਹੁਜਨ ਸਮਾਜ ਪਾਰਟੀ ਨੂੰ ਆਪਣੇ ਨਾਲ ਲੈ ਕੇ ਚੱਲਣਗੇ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ, 10 ਮਾਰਚ ਦੇ ਬਾਅਦ ਹੀ ਸਥਿਤੀ ਕਲੀਅਰ ਹੋਵੇਗੀ ਕਿ ਕਿਹੜੇ ਆਪਣੀ ਖੇਤਰ ਦੇ ਵਿੱਚ, ਮਾਝਾ ਮਾਲਵੇ ਦੁਆਬੇ ਦੇ ਵਿੱਚ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ, ਕਿਹੜੀ ਪਾਰਟੀ ਨੇ ਜਾਂ ਕਿਹੜੇ ਉਮੀਦਵਾਰ ਨੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਡੈਂਟ ਪਾਇਆ। ਉਹ ਸਾਰਾ ਕੁਝ ਸਥਿਤੀ ਆ ਜਿਹੜੀ 10 ਮਾਰਚ ਨੂੰ ਸਾਹਮਣੇ ਆ ਜਾਵੇਗੀ। ਹਾਂ ਸਰ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਬੀਜੇਪੀ ਨੂੰ ਹੁਣ ਜੇਕਰ ਮੰਨ ਲਓ ਹੰਗ ਦੀ ਸਿਚੁਏਸ਼ਨ ਬਣਦੀ ਹੈ ਤਾਂ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਇੱਥੇ ਗੱਠਜੋੜ ਕਰਕੇ ਸਰਕਾਰ ਚਲਾਉਣੀ ਹੈ ਜਾਂ ਰਾਸ਼ਟਰਪਤੀ ਰਾਜ ਲਾਉਣਾ ਹੈ। ਤੇ ਜੇਕਰ ਦੇਖਿਆ ਜਾਵੇ, ਹੁਣ ਤੁਸੀਂ 2024 ਦੀ ਵੀ ਗੱਲ ਕੀਤੀ ਕਿ ਬੀਜੇਪੀ ਦਾ ਫੋਕਸ 2024 ਦੇ ਉੱਤੇ ਹੈ, ਤਾਂ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਇੱਥੇ ਰਾਸ਼ਟਰਪਤੀ ਰਾਜ ਲਾ ਕੇ ਤੇ 2024 ਦੇ ਵਿੱਚ ਲੋਕ ਸਭਾ ਤੇ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾ ਸਕਦੇ ਨੇ? ਦੇਖੋ, ਰਾਸ਼ਟਰਪਤੀ ਰਾਜ ਜਿਹੜਾ ਲਾਉਣਾ ਹੈ, ਜੇਕਰ ਕਿਸੇ ਸਰਕਾਰ ਦੇ ਕੋਲ ਬਹੁਮਤ ਬਣਾਉਣ ਵਾਸਤੇ, ਕਿਸੇ ਪਾਰਟੀ ਕੋਲ ਸਰਕਾਰ ਬਣਾਉਣ ਵਾਸਤੇ ਬਹੁਮਤ ਨਾ ਹੋਵੇ, ਇਹ ਇੱਕ ਸੰਵਿਧਾਨਕ ਨਿਯਮ ਆ, ਇੱਕ ਪ੍ਰਕਿਰਿਆ ਹੈ ਕਿ ਜੇਕਰ ਕੋਈ ਵੀ ਪੋਲੀਟੀਕਲ ਪਾਰਟੀ ਸਰਕਾਰ ਬਣਾਉਣ ਦੇ ਯੋਗ ਨਾ ਹੋਵੇ ਜਾਂ ਸਰਕਾਰ ਨਾ ਬਣਾ ਸਕੇ, ਤਾਂ ਫਿਰ ਇੱਕ ਰਾਸ਼ਟਰਪਤੀ ਰਾਜ ਲਗਾਇਆ ਜਾ ਸਕਦਾ ਹੈ ਜਾਂ ਫਿਰ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ। ਇਹ ਫੈਸਲਾ ਜਿਹੜਾ ਕੇਂਦਰ ਸਰਕਾਰ ਨੇ ਲੈਣਾ ਜਾਂ ਇਲੈਕਸ਼ਨ ਕਮਿਸ਼ਨ ਵੀ ਹੁਣ ਦੁਬਾਰਾ ਚੋਣਾਂ ਕਰਵਾਈਆਂ ਜਾਣ ਕਿ ਰਾਸ਼ਟਰਪਤੀ ਰਾਜ ਲਗਾਇਆ ਜਾਵੇ। ਮੈਨੂੰ ਲੱਗਦਾ ਕਿ ਬੀਜੇਪੀ ਰਾਸ਼ਟਰਪਤੀ ਰਾਜ ਲਗਾਵੇਗੀ ਨਹੀਂ। ਜੇਕਰ ਬੀਜੇਪੀ ਰਾਸ਼ਟਰਪਤੀ ਰਾਜ ਲਗਾਉਣ ਵਾਲੇ ਪਾਸੇ ਵਧੇਗੀ ਤਾਂ ਬੀਜੇਪੀ ਨੂੰ 2024 ਦੇ ਵਿੱਚ ਨੁਕਸਾਨ ਹੋ ਸਕਦਾ ਹੈ। ਇਹ ਨੁਕਸਾਨ ਆ ਜਿਹੜਾ ਬੀਜੇਪੀ ਨੂੰ ਜਿਹੜੀਆਂ ਹੋਰ ਸਟੇਟਾਂ ਉਹਦੇ ਵਿੱਚ ਵੀ ਹੋ ਸਕਦਾ ਹੈ, ਕਿਉਂਕਿ ਬੀਜੇਪੀ ਪਰ ਹੁਣ ਤੱਕ ਇਹੀ ਦੋਸ਼ ਲੱਗਦਾ ਰਿਹਾ ਹੈ ਕਿ ਬੀਜੇਪੀ ਹੈ ਜਿਹੜੀ ਘੱਟ ਗਿਣਤੀ ਜਿਹੜੇ ਲੋਕ ਨੇ, ਜਿਹੜੇ ਅਲਪਸੰਖਿਅਕ ਲੋਕ ਨੇ, ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਐਟੀਚਿਊਡ ਆ, ਰਵੱਈਆ, ਉਹ ਕੋਈ ਬਹੁਤਾ ਵਧੀਆ ਨਹੀਂ ਹੈਗਾ। ਵੀ ਜਿਹੜੀ RSS ਆ ਜਾਂ ਬੀਜੇਪੀ ਆ, ਉਹਨਾਂ ਦੀ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਉਹ ਹਮਲੇ ਕਰਾਉਂਦੀ ਆ ਜਾਂ ਵੋਟਾਂ ਬਟੋਰਨ ਲਈ ਉਹ ਧਰੁਵੀਕਰਨ ਕਰਾਉਂਦੀ ਆ। ਇਹ ਬੀਜੇਪੀ 'ਤੇ ਹੁਣ ਤੱਕ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹੜੀਆਂ ਉਹ ਐਲੀਗੇਸ਼ਨ ਲਾਉਂਦੀਆਂ ਰਹੀਆਂ ਨੇ। ਐਲੀਗੇਸ਼ਨ ਕਿੰਨੇ ਕੁ ਸਹੀ ਨੇ, ਕਿੰਨੇ ਕੁ ਗਲਤ ਨੇ, ਉਹ ਬੀਜੇਪੀ ਦੀ ਲੀਡਰਸ਼ਿਪ ਨੂੰ ਆਪਣੇ ਆਪ ਪਤਾ, ਦੂਜੇ ਲੋਕਾਂ ਨੂੰ ਪਤਾ, ਪੰਜਾਬ ਦੇ ਲੋਕ, ਦੇਸ਼ ਦੇ ਲੋਕ ਸਭ ਕੁਝ ਜਾਣਦੇ ਨੇ। ਪਰ ਕਿਤੇ ਨਾ ਕਿਤੇ ਜੇਕਰ ਰਾਸ਼ਟਰਪਤੀ ਰਾਜ ਲੱਗਦਾ ਹੈ ਤਾਂ ਇਹਦੇ ਨਾਲ ਬੀਜੇਪੀ ਨੂੰ, ਮੈਨੂੰ ਲੱਗਦਾ ਕਿ ਬਹੁਤਾ ਫਾਇਦਾ ਨਹੀਂ ਹੋਣਾ, ਉਲਟਾ ਨੁਕਸਾਨ ਹੋਵੇਗਾ। ਬੀਜੇਪੀ ਅਜਿਹੀ ਗਲਤੀ ਨਹੀਂ ਕਰੇਗੀ। ਅਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਫੈਸਲਾ ਸੁਣਾ ਚੁੱਕੇ ਨੇ ਅਤੇ ਸਿਆਸੀ ਮਾਹਰ ਇਹ ਮੰਨ ਕੇ ਗੱਲ ਚੱਲ ਰਹੇ ਨੇ ਕਿ ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਬਣੇ, ਇੱਕ ਬਹੁਮਤ ਆ ਜਿਹੜਾ ਪੂਰਾ ਬਣੇਗਾ। ਹੋ ਸਕਦਾ ਕਿ ਬੀਜੇਪੀ ਰਾਸ਼ਟਰਪਤੀ ਰਾਜ ਨੂੰ ਨਾ ਲਵਾਉਣ ਖਾਤਰ ਪਿੱਛੋਂ ਤੋਂ ਬਾਹਰੋਂ ਜਿਹੜਾ ਸਮਰਥਨ ਜਿਹੜਾ ਦੇ ਦੇਵੇ ਬੀਜੇਪੀ, ਅਕਾਲੀ ਦਲ, ਬਸਪਾ ਗੱਠਜੋੜ ਨੂੰ, ਜੇਕਰ ਉਹਨਾਂ ਦੇ ਕੋਲ ਅਜਿਹੀਆਂ ਇੰਨੀਆਂ ਸੀਟਾਂ ਆਉਂਦੀਆਂ, ਕਿਉਂਕਿ ਗੱਠਜੋੜ ਬਾਹਰੋਂ ਸਮਰਥਨ ਕਰਨ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਫੈਸਲਾ ਹੈ ਉਹ ਸਰਕਾਰ ਬਣ ਸਕਦੀ ਹੈ ਥੋੜ੍ਹੀ ਦੇਰ ਵਾਸਤੇ, 6 ਮਹੀਨੇ ਵਾਸਤੇ ਜਾਂ ਸਾਲ ਵਾਸਤੇ। ਉਹ ਤੋਂ ਬਾਅਦ ਜੇ ਨਹੀਂ ਹੁੰਦੀ ਤਾਂ ਫਿਰ ਦੁਬਾਰਾ ਜਿਹੜੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਜਾਂ ਫਿਰ ਉਦੋਂ ਰਾਸ਼ਟਰਪਤੀ ਰਾਜ ਜਿਹੜਾ ਲੱਗ ਜਾਂਦਾ। ਜੇ ਰਾਸ਼ਟਰਪਤੀ ਰਾਜ ਲੱਗਦਾ ਹੈ ਤਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਕਿ ਇੱਕ ਤਰ੍ਹਾਂ ਦਾ ਜਿਹੜਾ ਮੈਸੇਜ ਆ ਉਹ ਗਲਤ ਜਾਵੇਗਾ। ਹੋ ਸਕਦਾ ਕਿ ਕਿਸੇ ਲੋਕਾਂ ਦਾ ਜਿਹੜਾ
ਮਨ ਆ ਜਾਂ ਲੋਕਾਂ ਦੇ 'ਚ ਇਹ ਗੱਲ ਚਲੇ ਜਾਵੇਗੀ ਕਿ ਇਹ ਮਿਲ ਕੇ ਖੇਡ ਰਹੇ ਨੇ। ਜਿਵੇਂ ਕਿ ਪਹਿਲਾਂ ਹੀ ਇਹ ਦੋਸ਼ ਲੱਗਦੇ ਰਹੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਜਾਂ ਅਕਾਲੀ ਦਲ ਵਾਲੇ ਸਾਰੇ ਮਿਲੇ ਹੋਏ ਨੇ, ਮਿਲ ਕੇ ਖੇਡ ਰਹੇ ਨੇ। ਫਿਰ ਤਾਂ ਇਹ ਗੱਲਾਂ ਉਜਾਗਰ ਹੋ ਜਾਣਗੀਆਂ। ਜਿਵੇਂ ਕੈਪਟਨ ਅਮਰਿੰਦਰ ਸਿੰਘ ਖੁਦ ਕਹਿ ਰਿਹਾ ਕਿ ਉਹਦਾ ਦਿੱਲੀ ਵਾਲਿਆਂ ਨਾਲ ਮਿਲ ਕੇ ਚੱਲਦੇ ਰਹੇ ਨੇ, ਉਹ ਪ੍ਰਧਾਨ ਮੰਤਰੀ ਕੋਲ ਜਾਂਦੇ ਰਹੇ ਨੇ, ਉਹ ਅਮਿਤ ਸ਼ਾਹ ਜੀ ਨੂੰ ਮਿਲਦੇ ਰਹੇ ਨੇ। ਇਹ ਤਾਂ ਦੇਖੋ, ਬਤੌਰ ਮੁੱਖ ਮੰਤਰੀ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲਣਾ, ਕਿਸੇ ਕੇਂਦਰੀ ਮੰਤਰੀ ਨੂੰ ਮਿਲਣਾ, ਕੰਮ ਕਰਨੇ, ਉਹ ਠੀਕ ਆ। ਉਹ ਤੁਹਾਨੂੰ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ 'ਤੇ ਨਿਰਭਰ ਰਹਿਣਾ ਪੈਂਦਾ ਅਤੇ ਉੱਥੇ ਕੇਂਦਰੀ ਮੰਤਰੀਆਂ ਨੂੰ, ਪ੍ਰਧਾਨ ਮੰਤਰੀ ਨੂੰ, ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਾ ਹੁੰਦਾ। ਪਰ ਇਹ ਮੈਸੇਜ ਪੰਜਾਬ ਦੇ ਲੋਕਾਂ ਵਿੱਚ ਬਹੁਤਾ ਚੰਗਾ ਨਹੀਂ ਗਿਆ। ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਿਰਕਰੀ ਹੋਈ ਆ। ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਆਧਾਰ ਬਣਨਾ ਸੀਗਾ, ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੱਦ ਵਧਣਾ ਚਾਹੀਦਾ ਤਾ, ਉਹ ਇਹਨਾਂ ਗੱਲਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਵਧਿਆ ਨਹੀਂ। ਇਹ ਗੱਲ ਮੇਰਾ ਮੰਨਣਾ ਹੈ। ਅਤੇ ਖਾਸ ਕਰਕੇ ਬਹੁਤ ਸਾਰੇ ਲੋਕਾਂ ਨਾਲ ਜਦੋਂ ਗੱਲ ਕਰੀ ਦੀ ਆ ਪਿੰਡਾਂ ਦੇ ਵਿੱਚ ਜਾ ਕੇ ਜਾਂ ਸ਼ਹਿਰਾਂ 'ਚ, ਇਹ ਗੱਲ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫਤਵਾ ਦਿੱਤਾ, 77 ਸੀਟਾਂ ਦਿੱਤੀਆਂ। ਉਹ ਤੋਂ ਬਾਅਦ ਫਿਰ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ 3, ਉਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲ ਸਪਸ਼ਟ ਅਤੇ ਵੱਡਾ ਜਿਹੜਾ ਬਹੁਮਤ ਰਿਹਾ। ਇਸ ਕਰਕੇ ਮੈਨੂੰ ਲੱਗਦਾ ਕਿ ਬੀਜੇਪੀ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕਰਕੇ ਹੀ ਇਹ ਇੱਕ ਫੈਸਲਾ ਲਵੇਗੀ ਕਿ ਉਹਨਾਂ ਨੇ ਇਸ ਚੋਣਾਂ ਦੇ ਵਿੱਚ ਕੀ ਜਿਹੜਾ ਆਪਣਾ ਫੈਸਲਾ ਲੈਣਾ ਹੈ। ਹਾਂਜੀ ਹਾਂ ਸਰ, ਚੋਣਾਂ ਦੇ ਵਿੱਚ ਦੇਖਿਆ ਜਾਵੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਜਾਂ ਆਪਣਾ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਤੋਂ ਵੀ ਮੈਂਬਰ ਨੇ, ਅਤੇ ਹੁਣ ਵਿਧਾਨ ਸਭਾ ਦੀ ਵੀ ਇਹਨਾਂ ਚੋਣ ਲੜੀ ਆ। ਅਤੇ ਜੇਕਰ ਇਹ ਜਿੱਤ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ, ਅਤੇ ਉਸ ਤੋਂ ਬਾਅਦ ਇਹਨਾਂ ਕੋਲ ਆਪਸ਼ਨ ਹੋਗੀ ਕਿ ਇੱਕ ਸੀਟ ਕਿਹੜੀ ਰੱਖਣਾ ਚਾਹੁੰਗੇ, ਅਤੇ ਤੁਹਾਨੂੰ ਕੀ ਲੱਗਦਾ ਕਿਸ ਨੂੰ ਤਰਜੀਹ ਦੇਣਾ ਚਾਹੁੰਗੇ? ਦੇਖੋ, ਸਰਕਾਰ ਦੇ ਵਿੱਚ ਜੇ ਇਹਨਾਂ ਨੇ ਬਣੇ ਰਹਿਣਾ ਹੈ, ਇਹ ਤਾਂ ਹੁਣ ਦੇਖਣਾ ਕਿ ਇਹਨਾਂ ਨੇ ਲੋਕ ਸਭਾ ਦੇ ਵਿੱਚ ਜਾਣਾ ਹੈ ਕਿ ਵਿਧਾਨ ਸਭਾ ਦੇ ਵਿੱਚ ਜਾਣਾ ਹੈ। ਜਾਂ ਜਿਵੇਂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ, ਜਿਹੜੇ 2 ਸੀਟਾਂ 'ਤੇ ਚੋਣ ਲੜ ਰਹੇ ਨੇ। ਮੰਨ ਲਓ ਜੇ 2 ਸੀਟਾਂ 'ਤੇ ਚੋਣ ਲੜਦੇ ਨੇ ਤਾਂ ਇਹਦਾ ਮਤਲਬ ਸਹੀ ਹੈ ਕਿ ਪੰਜਾਬ ਦੇ ਵਿੱਚ ਫਿਰ ਜ਼ਿਮਨੀ ਚੋਣ ਹੋਵੇਗੀ। ਜੇਕਰ ਇਹ ਵਿਧਾਨ ਸਭਾ ਦੀਆਂ ਸੀਟਾਂ ਛੱਡਦੇ ਆ ਤਾਂ ਵੀ ਜ਼ਿਮਨੀ ਚੋਣ ਹੋਣੀ ਆ, ਜੇ ਇਹ ਲੋਕ ਸਭਾ ਛੱਡਦੇ ਆ ਤਾਂ ਵੀ ਜ਼ਿਮਨੀ ਚੋਣ ਹੋਣੀ ਆ। ਜ਼ਿਮਨੀ ਚੋਣ ਤਾਂ ਫਿਰ ਤੈਅ ਆ, ਜੇ ਹੋਵੇਗੀ ਜ਼ਿਮਨੀ ਚੋਣ ਹੋਵੇਗੀ। ਜੇਕਰ ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ ਹੋਰੀ ਜਾਂ 2 ਜਿੰਦੇ ਜਿੱਤਦੇ ਨੇ ਅਤੇ ਤੀਜਾ ਚਰਨਜੀਤ ਸਿੰਘ ਚੰਨੀ ਜੇ ਦੋਵੇਂ ਸੀਟਾਂ 'ਤੇ ਜਿੱਤਦਾ, ਜੇ ਇੱਕ 'ਤੇ ਨਹੀਂ, ਜੇ ਦੋਵੇਂ ਸੀਟਾਂ 'ਤੇ ਜਿੱਤਦਾ, ਫਿਰ ਇੱਕ ਸੀਟ 'ਤੇ ਉਹਨਾਂ ਨੂੰ ਇੱਥੇ ਵੀ ਜਿਹੜਾ ਆਪਣਾ ਉਹ ਛੱਡਣਾ, ਅਸਤੀਫਾ ਦੇਣਾ ਪਵੇਗਾ। ਇਸ ਕਰਕੇ ਇੱਕ ਸੀਟ 'ਤੇ ਹੀ ਤੁਸੀਂ ਕੋਈ ਵੀ ਨੁਮਾਇੰਦਾ ਜਿਹੜਾ ਰਹਿ ਸਕਦਾ, 2 ਹਲਕਿਆਂ ਦੇ ਵਿੱਚ ਕੋਈ ਉਹਦੀ ਜਿਹੜੀ ਪ੍ਰਤੀਨਿਧਤਾ ਉਹ ਕਰ ਨਹੀਂ ਸਕਦਾ ਹੈਗਾ। ਇਸ ਕਰਕੇ ਜਦੋਂ ਰਿਜ਼ਲਟ ਆਉਣਗੇ ਉਹ ਤੋਂ ਬਾਅਦ ਕਿਹੋ ਜਿਹੀ ਸਿਚੁਏਸ਼ਨ ਬਣਦੀ ਆ, ਉਹ 'ਤੇ ਇਹ ਡਿਪੈਂਡ ਕਰੇਗਾ, ਉਹ 'ਤੇ ਨਿਰਭਰ ਕਰੇਗਾ ਕਿ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਕੀ ਫੈਸਲਾ ਲੈਂਦੇ ਨੇ। ਕਿਉਂਕਿ ਦੋਵੇਂ ਉਹ ਆਗੂ ਨੇ ਜਿਹੜੇ ਆਪਣੀ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਨੇ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।